ਹੁਣ ਤੋਂ ਕੁਝ ਮਿੰਟ ਪਹਿਲਾਂ ਉਹਨੂੰ ਬਾਹਰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਤਾਂ ਅੰਦੋਲਨ ਜਾਰੀ ਹੈ ਕਿਸਾਨਾਂ ਦਾ, ਪਰ ਇਸ ਸਭ ਦੇ ਵਿਚਾਲੇ ਪੜਾ ਦਰ ਪੜਾ ਅੱਗੇ ਵਧਿਆ। ਇੱਕ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਸੀ ਤੇ ਉਸ ਤੋਂ ਬਾਅਦ 25 ਸਤੰਬਰ ਦਾ ਦਿਨ ਆਇਆ ਜਦੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ। ਕੁਝ ਸੱਟਾਂ ਲੱਗੀਆਂ ਨੇ, ਉਹ ਵੀ ਤਸਵੀਰਾਂ ਦਿਖਾ ਰਹੇ ਹਾਂ। ਜਿਹੜੇ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦੇ ਕੁਝ ਸੱਟਾਂ ਲੱਗੀਆਂ ਨੇ, ਉਹ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤੇ ਮੈਂ ਪੜਾ ਦਾ ਜ਼ਿਕਰ ਕਰ ਰਿਹਾ ਸੀ ਕਿ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ, ਸ਼ਾਂਤਮਈ ਪ੍ਰਦਰਸ਼ਨ, ਪੰਜਾਬ ਦੇ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਸੀ ਪਰ ਸ਼ਾਂਤਮਈ ਸੀ। ਉਸ ਤੋਂ ਬਾਅਦ 1 ਅਕਤੂਬਰ ਤੋਂ ਪੰਜਾਬ ਦੇ ਵਿੱਚ ਟ੍ਰੇਨਾਂ ਰੋਕਣ ਦਾ ਐਲਾਨ ਕਰ ਦਿੱਤਾ ਗਿਆ ਤੇ ਉਹ ਵੀ ਸ਼ਾਂਤਮਈ ਰਿਹਾ। ਟ੍ਰੇਨਾਂ ਬੰਦ ਰਹੀਆਂ ਪੰਜਾਬ ਦੇ ਵਿੱਚ 1.5-2 ਮਹੀਨੇ ਤੱਕ। ਟੋਲ ਪਲਾਜ਼ਿਆਂ ਦੇ ਉੱਤੇ ਪ੍ਰਦਰਸ਼ਨ ਉਸ ਸਮੇਂ ਤੋਂ ਹੀ ਜਾਰੀ ਨੇ। ਪੰਜਾਬ ਦੇ ਵਿੱਚ ਟੋਲ ਪਲਾਜ਼ੇ ਇਸ ਸਮੇਂ ਬੰਦ ਨੇ, ਯਾਨੀ ਕਿ ਉਹਨਾਂ ਦੇ ਵਿੱਚ ਐਂਟਰੀ ਫ੍ਰੀ ਕੀਤੀ ਹੋਈ ਹੈ। ਤੇ ਉਸ ਤੋਂ ਬਾਅਦ ਅਸੀਂ ਅਗਲੇ ਪੜਾਅ ਦਾ ਜ਼ਿਕਰ ਕਰੀਏ ਤਾਂ ਐਲਾਨ ਕੀਤਾ ਜਾਂਦਾ ਹੈ ਕਿ ਹੁਣ ਅਸੀਂ ਪ੍ਰਦਰਸ਼ਨ ਦਿੱਲੀ ਦੇ ਵੱਲ ਕੂਚ ਕਰਾਂਗੇ ਤੇ ਦਿੱਲੀ ਦੇ ਵੱਲ ਕੂਚ ਕਰਨ ਦਾ ਐਲਾਨ ਹੋਇਆ ਕਿ 26-27 ਨਵੰਬਰ ਨੂੰ ਅਸੀਂ ਦਿੱਲੀ ਕੂਚ ਕਰਾਂਗੇ। ਉਹ ਵੀ ਕਿਤੇ ਨਾ ਕਿਤੇ ਸ਼ਾਂਤਮਈ ਜ਼ਰੂਰ ਰਿਹਾ। ਹਾਲਾਂਕਿ ਪ੍ਰਦਰਸ਼ਨਕਾਰੀਆਂ ਨੂੰ ਪਹਿਲਾਂ ਹਰਿਆਣਾ ਬਾਰਡਰ ਦੇ ਉੱਤੇ ਰੋਕਿਆ ਗਿਆ ਜਦੋਂ ਪੰਜਾਬ ਤੋਂ ਐਂਟਰ ਕਰ ਰਹੇ ਸੀ। ਉਹ ਸਿੰਘੂ ਬਾਰਡਰ ਤੇ ਪਹੁੰਚਣ ਤੋਂ ਪਹਿਲਾਂ ਸ਼ੰਭੂ ਬਾਰਡਰ ਜੋ ਅੰਬਾਲਾ ਤੋਂ ਪਹਿਲਾਂ ਹੁੰਦਾ ਹੈ, ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ, ਸ਼ੰਭੂ ਬਾਰਡਰ ਦੇ ਉੱਤੇ ਰੋਕਣ ਦੀ ਕੋਸ਼ਿਸ਼ ਸੀ, ਉਹ ਕਾਮਯਾਬ ਪੁਲਿਸ ਨਹੀਂ ਹੋਈ। ਦੂਜੇ ਪਾਸੇ ਸੰਗਰੂਰ ਵਾਲੇ ਪਾਸੇ ਤੋਂ ਜਦੋਂ ਆਉਂਦੇ ਹੋ ਤਾਂ ਉੱਥੇ ਖਨੌਰੀ ਬਾਰਡਰ ਦੇ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਵੀ ਪੁਲਿਸ ਕਾਮਯਾਬ ਨਹੀਂ ਹੋਈ। ਤੇ ਦੂਜੇ ਪਾਸੇ ਸਿਰਸਾ ਡੱਬ ਵਾਲੀ ਬਾਰਡਰ ਦੇ ਉੱਤੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਵੀ ਪੁਲਿਸ ਕਾਮਯਾਬ ਨਹੀਂ ਹੋਈ। ਖੈਰ ਪ੍ਰਦਰਸ਼ਨਕਾਰੀ ਅੱਗੇ ਵਧਦੇ ਗਏ। ਉਹ ਪੜਾਅ ਦਰ ਪੜਾਅ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਪੜਾਅ ਦਰ ਪੜਾਅ ਅੱਗੇ ਵਧੇ ਨੇ ਤੇ ਉਸ ਤੋਂ ਬਾਅਦ ਦਿੱਲੀ ਪਹੁੰਚ ਜਾਂਦੇ ਨੇ ਬਾਰਡਰਾਂ ਦੇ ਉੱਤੇ। ਤੇ ਫਿਰ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਠੀਕ ਹੈ ਤੁਸੀਂ ਪਹੁੰਚ ਗਏ ਹੋ ਤੇ ਹੁਣ ਬਰਾੜੀ ਮੈਦਾਨ ਦੇ ਵਿੱਚ ਜਾ ਕੇ ਆਪਣਾ ਧਰਨਾ ਪ੍ਰਦਰਸ਼ਨ ਕਰੋ। ਪਰ ਕਿਸਾਨਾਂ ਨੇ ਫਿਰ ਇਨਕਾਰ ਕਰ ਦਿੱਤਾ ਕਿ ਜੀ ਨਹੀਂ, ਅਸੀਂ ਬਰਾੜੀ ਮੈਦਾਨ ਜਾ ਕੇ ਪ੍ਰਦਰਸ਼ਨ ਨਹੀਂ ਕਰਾਂਗੇ। ਸਾਡਾ ਟੀਚਾ ਇਹ ਆਪਣੀਆਂ ਮੰਗਾਂ ਨੂੰ ਮਨਾਉਣਾ, ਇਸ ਕਰਕੇ ਅਸੀਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਹਾਂ। ਹੁਣ ਇੱਥੇ ਬੈਠ ਕੇ ਹੀ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ। ਤੇ ਉਸ ਸਮੇਂ ਤੋਂ ਹੀ 26 ਨਵੰਬਰ ਤੋਂ ਹੀ ਦਿੱਲੀ ਬਾਰਡਰਾਂ ਦੇ ਉੱਤੇ ਕਿਸਾਨ ਡਟੇ ਹੋਏ ਨੇ ਤੇ ਉਸ ਤੋਂ ਬਾਅਦ ਵੱਖ-ਵੱਖ ਐਲਾਨ ਕੀਤੇ ਗਏ, ਜਿਹੜੀਆਂ ਪ੍ਰਦਰਸ਼ਨ ਲਗਾਤਾਰ ਹੋਏ ਨੇ। ਤੇ ਉਸ ਤੋਂ ਬਾਅਦ ਸਿੰਘ ਰਾਜੇਵਾਲ ਮੇਰੇ ਨਾਲ। ਰਾਜੇਵਾਲ ਸਾਹਿਬ, ਜੋ ਲਾਲ ਕਿਲੇ 'ਚ ਹੋਇਆ ਵਾ ਮੰਦਭਾਗਾ ਵਾ, ਕਿਸ ਤਰੀਕੇ ਨਾਲ ਦੇਖਦੇ ਹੋ ਔਰ ਜ਼ਿੰਮੇਵਾਰੀ ਕਿਸ ਦੀ ਬਣਦੀ? ਬਹੁਤ ਮੰਦਭਾਗਾ ਹੈ। ਇਹ ਜਿਹੜੇ ਲੋਕਾਂ ਨੇ ਭੜਕਾ ਕੇ ਲੋਕਾਂ ਨੂੰ ਇੱਥੇ ਲਿਆਂਦਾ, ਉਹਨਾਂ ਦੀ ਜ਼ਿੰਮੇਵਾਰੀ ਹੈ। ਮੈਂ ਫੇਰ ਵੀ ਅਪੀਲ ਕਰਦਾ ਕਿਸਾਨਾਂ ਨੂੰ ਵੀ ਸਵੇਰੇ ਮੈਂ ਕਹਿ ਕੇ ਚੱਲਿਆ ਸੀ ਵੀ ਜੇ ਅੰਦੋਲਨ ਜਿੱਤਣਾ ਤਾਂ ਸ਼ਾਂਤਮਈ ਰਹੋ, ਜੇ ਹਾਰਨਾ ਤਾਂ ਵਾਇਲੈਂਟ ਹੋ ਜਾਓ। ਉਹ ਜਿਹੜੇ ਲੋਕ ਇਹਨਾਂ ਨੂੰ ਲੈ ਕੇ ਆਏ ਉਹ ਵਾਇਲੈਂਟ ਉਹਨਾਂ ਨੇ ਕੀਤਾ। ਮੈਂ ਅਪੀਲ ਕਰਦਾ ਹੁਣ ਵੀ ਇਹ ਕੋਈ ਹੱਲ ਨਹੀਂ, ਵਾਇਲੈਂਸ ਨਾਲ ਕਦੇ ਕੋਈ ਸਮੱਸਿਆ ਹੱਲ ਨਹੀਂ ਹੁੰਦੀ। ਸ਼ਾਂਤ ਰਹੋ, ਆਪਣੀ ਜਿਹੜੀ ਦੇਸ਼ ਦੀ ਆਨ ਬਾਨ ਸ਼ਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਲੇਕਿਨ ਅੱਜ ਸਵਰਨ ਅੱਖਰਾਂ 'ਚ ਨਾਮ ਲਿਖਿਆ ਜਾਣਾ ਸੀ, ਲੇਕਿਨ ਜਿਵੇਂ ਤਿਰੰਗਾ ਉਤਾਰ ਦਿੱਤਾ ਗਿਆ, ਹੁਣ ਕਾਲੇ ਅੱਖਰਾਂ 'ਚ ਵੀ ਨਾਮ ਲਿਖਿਆ ਜਾਂਦਾ ਪਿਆ। ਮੈਂ ਕੀ ਕਹਾਂ ਇਹਦੇ ਤੇ, ਬਹੁਤ ਅਫਸੋਸਨਾਕ ਪਹਿਲੂ ਐ ਸੀ। ਕੱਲ ਉਹਨਾਂ ਸੱਜਣਾ ਦੀਆਂ ਮਿੰਨਤਾਂ ਕਰਕੇ ਥੱਕ ਗਏ ਵੀ ਇਹ ਰਸਤਾ ਅਖਤਿਆਰ ਨਾ ਕਰੋ, ਪਰ ਲੋਕਾਂ ਨੂੰ ਭੜਕਾ ਕੇ ਲੈ ਗਏ ਹੋ, ਇਹ ਮੰਨਣਾ ਪਏਗਾ। ਪਰ ਫਿਰ ਵੀ ਅਸੀਂ ਅੱਜ ਸਵੇਰੇ ਜ਼ਿੰਮੇਵਾਰੀ ਜਿਹੜੇ ਇੱਥੇ ਨੂੰ ਲੈ ਕੇ ਆਏ, ਸਾਡਾ ਇੱਥੇ ਆਉਣ ਨੂੰ ਪ੍ਰੋਗਰਾਮ ਨਹੀਂ ਸੀ। ਸਾਡਾ ਅਸੀਂ ਜਿਹੜੇ ਰੂਟ ਲਏ ਹੋਏ ਸੀ ਉਹਨਾਂ ਤੇ ਜਾਣਾ ਸੀ। ਬਲਬੀਰ ਸਿੰਘ ਰਾਜੇਵਾਲ ਜੁੜੇ, ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਨਹੀਂ ਹੈ ਔਰ ਤਸਵੀਰਾਂ ਜ਼ਰੀਏ ਦਿਖਾ ਰਹੇ ਆ। ਬੂਟਾ ਸਿੰਘ ਹੋਰੀ ਨੇ, ਹੋਰ ਲੀਡਰ ਨੇ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਜੋ ਕੁਝ ਹੋਇਆ ਕਿਸ ਤਰੀਕੇ ਨਾਲ ਦੇਖਦੇ ਹੋ? ਜੋ ਕੁਝ ਅੱਜ ਲਾਲ ਕਿਲੇ ਤੋਂ ਹੋਇਆ ਮੰਦਭਾਗਾ ਹੋਇਆ ਜੀ, ਜੋ ਵੀ ਹੋਇਆ ਮੰਦਭਾਗਾ। ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਵੇਖੋ ਜਿਹੜੇ ਲੋਕ ਕਹਿ ਰਹੇ ਇਹ ਉਹ ਦੱਸ ਸਕਦੇ ਨੇ ਜੀ। ਤਾਂ ਹਰ ਕੋਈ ਇਸ ਜ਼ਿੰਮੇਵਾਰੀ ਤੋਂ ਵੀ ਭੱਜ ਰਿਹਾ ਵਾ ਔਰ ਤਸਵੀਰਾਂ 'ਚ ਰਾਜੇਵਾਲ ਹੋਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਸੀ, ਲੇਕਿਨ ਸਵਾਲ ਇਹ ਉੱਠਦਾ ਹੈ ਜੋ ਕੁਝ ਹੋਇਆ ਉਸ ਦੀ ਜ਼ਿੰਮੇਵਾਰ ਕੌਣ ਨੇ? ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਕਪਾਈ, ਨਿਊਜ਼ 18 ਦਿੱਲੀ। ਤਾਂ ਬਲਬੀਰ ਸਿੰਘ ਰਾਜੇਵਾਲ ਇਸ ਪੂਰੇ ਪ੍ਰਦਰਸ਼ਨ ਦੇ ਲਈ ਲਾਲ ਕਿਲੇ ਤੇ ਜੋ ਕੁਝ ਹੋਇਆ ਜਾਂ ਹੋ ਰਿਹਾ ਹੈ ਉਸ ਨੂੰ ਲੈ ਕੇ ਕਹਿ ਰਹੇ ਨੇ ਕਿ ਇਹ ਮੰਦਭਾਗਾ, ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਸੀ। ਜੋ ਪ੍ਰਦਰਸ਼ਨ ਨੂੰ ਡੀਰੇਲ ਕਰਨਾ ਚਾਹੁੰਦੇ ਨੇ, ਜੋ ਚਾਹੁੰਦੇ ਨੇ ਕਿ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਦੇ ਜ਼ਰੀਏ ਆਪਣੀਆਂ ਮੰਗਾਂ ਨਾ ਮਨਵਾ ਸਕਣ, ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਇਹ ਵਤੀਰਾ ਕੀਤਾ ਜਾ ਰਿਹਾ ਹੈ। ਤਾਂ ਕਿਸਾਨ ਆਗੂਆਂ ਦੇ ਵੱਲੋਂ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜੇ ਲੋਕ ਲਾਲ ਕਿਲੇ ਦੇ ਉੱਤੇ ਹੋਏ ਇਸ ਵਤੀਰੇ ਨੂੰ ਲੈ ਕੇ ਸਮਰਥਨ ਕਰ ਰਹੇ ਨੇ, ਉਹਨਾਂ ਨੂੰ ਬਲਬੀਰ ਸਿੰਘ ਰਾਜੇਵਾਲ ਦਾ ਤੇ ਹੋਰ ਕਿਸਾਨ ਆਗੂਆਂ ਦਾ ਬਿਆਨ ਸੁਣਨਾ ਬਹੁਤ ਲਾਜ਼ਮੀ ਹੈ।
ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨ ਆਗੂਆਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਇਸ ਨੂੰ ਅਫਸੋਸਜਨਕ ਕਰਾਰ ਦਿੱਤਾ ਹੈ ਤੇ ਉਹ ਕਹਿ ਰਹੇ ਨੇ ਕਿ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਸੀ। ਇਹ ਸਾਡੇ ਪ੍ਰਦਰਸ਼ਨ ਦਾ ਹਿੱਸਾ ਨਹੀਂ ਹੈ। ਜਿਹੜੇ ਲੋਕ ਨੇ ਇਹ ਸਾਡੇ ਪ੍ਰਦਰਸ਼ਨ ਦਾ ਹਿੱਸਾ ਨਹੀਂ ਨੇ। ਪ੍ਰੇਮ ਸਿੰਘ ਭੰਗੂ ਕੀ ਕੁਝ ਕਹਿ ਰਹੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਪੰਕਜ ਕਪਾਹੀ ਨੇ। ਕਰਨਾਲ ਬਾਈਪਾਸ ਤੇ ਅਸੀਂ ਮੌਜੂਦ ਹਾਂ ਔਰ ਕਿਸਾਨ ਆਗੂ ਪੰਗੂ ਸਾਹਿਬ ਮੇਰੇ ਨਾਲ ਨੇ। ਪੰਗੂ ਸਾਹਿਬ, ਹੋਇਆ ਕੀ, ਕਿਉਂ ਇਸ ਤਰੀਕੇ ਦੇ ਨਾਲ ਹੋਇਆ ਕਿ ਲਾਲ ਕਿਲੇ ਦੇ ਵਿੱਚ ਜੋ ਕੁਝ ਹੋਇਆ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ? ਜ਼ਿੰਮੇਵਾਰ ਕੌਣ ਹੈ? ਤੁਸੀਂ ਜ਼ਿੰਮੇਵਾਰ ਹੋ। ਜ਼ਿੰਮੇਵਾਰੀ ਕਿਸੇ ਨੂੰ ਤਾਂ ਲੈਣੀ ਪਏਗੀ। ਦੇਖੋ, ਇਸ ਤਰ੍ਹਾਂ ਜਿਹੜਾ 32 ਕਿਸਾਨ ਜਥੇਬੰਦੀਆਂ ਨੂੰ ਰੂਟ ਮਿਲਿਆ, ਉਹ ਰੂਟ 2 ਦਿਨ ਪਹਿਲਾਂ ਤੈਅ ਹੋਇਆ ਸੀ। ਉਹ ਇਹ ਰੂਟ ਹੈ। ਇਸ ਰੂਟ ਦੇ ਉੱਪਰ ਹੀ ਸਭ ਨੂੰ ਡਾਇਰੈਕਸ਼ਨ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਇਸ ਰੂਟ ਨਾਲ ਕੋਈ ਸਹਿਮਤ ਨਹੀਂ ਸੀ, ਨਾ ਸਾਡੇ ਨਾਲ ਉਹਨਾਂ ਦਾ ਕੋਈ ਉਹ ਸੀ। ਤਾਂ ਉਹ ਆਊਟਰ ਰਿੰਗ ਰੋਡ ਚਾਹੁੰਦੇ ਸੀ। ਇਸ ਲਈ ਕੁਦਰਤੀ ਤੌਰ ਤੇ ਉਹ ਸਾਡੇ ਅੱਗੇ ਲੱਗੇ ਹੋਏ ਸੀ। ਉਹ ਪਹਿਲਾਂ ਨੇ ਟਰਾਲੀਆਂ ਚੱਲੀਆਂ ਨੇ, ਤਾਂ ਜੋ ਕੁਝ ਹੋਇਆ ਹੋਣਾ ਤਾਂ ਸਾਡੇ ਦਾ ਬੰਦੇ ਉਧਰ ਗਏ ਨਹੀਂ। ਸਾਡਾ ਤਾਂ ਕਾਫਲਾ ਅਜੇ ਵੀ ਇੱਧਰ ਆ ਰਿਹਾ ਚੱਲਿਆ। ਲੇਕਿਨ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਹੋਏਗੀ ਨਾ, ਜਿਸ ਤਰੀਕੇ ਨਾਲ ਜੋ ਕੁਝ ਹੋਇਆ। ਉਮੀਦ ਦੇਸ਼ ਦੇ ਲਈ ਇਹ ਸ਼ਰਮਸਾਰ ਕਰਨ। 32 ਕਿਸਾਨ ਜਥੇਬੰਦੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ। 32 ਕਿਸਾਨ ਜਥੇਬੰਦੀਆਂ ਦਾ ਇੱਕ ਵੀ ਆਗੂ, ਇੱਕ ਵੀ ਟਰਾਲੀ ਉਧਰ ਨਹੀਂ ਗਈ ਹੈ। ਜੇ ਕੋਈ ਗਿਆ ਤਾਂ ਆਮ ਮੁਹਾਰਾ ਗਿਆ, ਡਿਸਪਲਿਨ ਭੰਗ ਕਰਕੇ ਗਿਆ। ਸਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈ, ਨਾ ਕਿਸੇ ਵਾਇਲੈਂਸ, ਨਾ ਕਿਸੇ ਤੋੜ ਭੰਨ, ਨਾ ਸਾਡਾ ਉਹ ਰੂਟ ਸੀ। ਲੇਕਿਨ ਉਸ ਬਾਰੇ ਕੀ ਕਹਿਣਾ ਚਾਹੋਗੇ? ਜੋ ਕੁਝ ਹੋਇਆ ਉਸ ਬਾਰੇ ਕੀ ਕਹਿਣਾ ਚਾਹੋ? ਬਹੁਤ ਮਾੜਾ ਹੋਇਆ। ਜੇ ਪੁਲਿਸ ਨੇ ਕੀਤਾ, ਬੜਾ ਗਲਤ ਕੀਤਾ। ਤਸ਼ੱਦਦ ਕਰਨਾ ਗਲਤ ਹੈ। ਲੇਕਿਨ ਲਾਲ ਕਿਲੇ ਦੇ ਉੱਤੇ ਹੁੜਦੰਗਬਾਜ਼ੀ ਹੋਣਾ ਉਹ ਤੁਹਾਨੂੰ ਸਹੀ ਲੱਗਦਾ? ਉਹ ਗਲਤ ਹੈ। ਉਹ ਵੀ ਸਾਡਾ ਕੋਈ ਐਸਾ ਪ੍ਰੋਗਰਾਮ ਨਹੀਂ ਸੀ। ਨਾ ਲਾਲ ਕਿਲੇ ਤੇ ਜਾਣਾ, ਨਾ ਪਾਰਲੀਮੈਂਟ ਜਾਣਾ, ਨਾ ਕੋਈ ਝੰਡਾ ਚਲਾਉਣਾ। ਸਾਡਾ ਐਸਾ ਕੋਈ ਪ੍ਰੋਗਰਾਮ ਨਹੀਂ ਸੀ। ਲਾਲ ਕਿਲੇ ਤੇ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਤੁਸੀਂ ਦੱਸੋ, ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਸਾਡੀ ਜਥੇਬੰਦੀ ਹੈ ਨਹੀਂ। ਜਿਹੜੇ ਹੈ ਉਹਨਾਂ ਨੂੰ ਪੁੱਛੋ, ਜਿਹੜੇ ਗਏ ਆ ਉੱਥੇ ਡਿਸਪਲਿਨ ਤੋੜ ਕੇ। ਸਾਡੀ ਜਥੇਬੰਦੀ ਕੋਈ ਡਿਸਪਲਿਨ ਤੋੜ ਕੇ ਨਹੀਂ ਗਈ। ਸਾਡੇ ਆਗੂ ਸਾਰੇ ਇੱਧਰ ਮੁੜ ਰਹੇ ਆ। ਸਾਡੀ ਟਰੈਕਟਰ ਟਰਾਲੀਆਂ ਵੀ ਇਸੇ ਰੂਟ ਦਾ ਜੋ ਪ੍ਰਮਾਣਿਤ ਰੂਟ ਹੈ ਉਸੇ ਤੇ ਆ ਰਹੀਆਂ ਨੇ। ਲੇਕਿਨ ਸਰਕਾਰ ਨਾਲ ਗੱਲਬਾਤ ਤੁਹਾਡੀ ਸਾਰੀ 32 ਜਥੇਬੰਦੀਆਂ ਕਰ ਰਹੀਆਂ ਸੀ। ਉਹਨਾਂ ਨੂੰ ਪੁੱਛੋ। 32 ਜਥੇਬੰਦੀਆਂ ਗੱਲਬਾਤ ਕਰ ਰਹੀਆਂ ਸੀ, ਤੁਸੀਂ ਜ਼ਿੰਮੇਵਾਰੀ ਲਈ ਸੀ। ਤੁਸੀਂ ਕਿਹਾ ਸੀ ਸ਼ਾਂਤੀਪੂਰਨ ਤਰੀਕੇ ਦੇ ਨਾਲ ਹੋਏਗਾ, ਬਾਵਜੂਦ ਉਸ ਦੇ। ਦੇਖੋ, ਜੇ ਕਿਸੇ ਨੇ ਸ਼ਾਂਤੀ ਭੰਗ ਕੀਤੀ ਹੈ ਨਾ, ਤਾਂ ਸਾਡੀ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ ਤਾਂ ਹੈ ਨਹੀਂ। ਕੋਈ ਹੋਰ ਜਥੇਬੰਦੀ ਹੋ ਸਕਦੀ ਹੈ। ਉਹਨਾਂ ਦਾ ਕੀ ਪ੍ਰੋਗਰਾਮ ਹੈ, ਇਸ ਰੂਟ ਨਾਲ ਸਹਿਮਤ ਸੀ, ਨਹੀਂ ਸਹਿਮਤ ਸੀ। ਜਿਹੜੇ ਗਏ ਉਹ ਪਹਿਲਾਂ ਹੀ ਕਹਿੰਦੇ ਸੀ ਵੀ ਸਾਨੂੰ ਇਸ ਰੂਟ ਨਾਲ ਸਹਿਮਤ ਨਹੀਂ। ਤੁਹਾਨੂੰ ਲੱਗਦਾ ਹੈ ਜੋ ਕੁਝ ਲਾਲ ਕਿਲੇ 'ਚ ਹੋਇਆ ਠੀਕ ਹੋਇਆ? ਆਊਟਰ ਰਿੰਗ ਰੋਡ ਤੇ ਜਾਣਾ। ਜੇ ਉਹ ਗਏ ਆ, ਸਾਡਾ ਅਨੁਸ਼ਾਸਨ ਭੰਗ ਕਰਕੇ ਗਏ ਆ। ਸਾਡਾ ਤਾਂ ਜਿਹੜਾ ਅਨੁਸ਼ਾਸਨ ਬਣਾਇਆ ਸੀ ਉਹਦੇ ਉੱਪਰ ਅਸੀਂ ਤਾਂ ਕਾਇਮ ਹੈ। ਸਾਡਾ ਤਾਂ ਇਹੀ ਰੂਟ ਹੈ। ਇੱਧਰ ਹੀ ਟਰੈਕਟਰ ਮੁੜ ਦੇਣਗੇ। ਅਜੇ ਵੀ ਨਜ਼ਰ ਨਹੀਂ ਆ ਰਹੇ, ਅਜੇ ਵੀ ਇੱਧਰ ਟਰੈਕਟਰ ਜਾਂਦੇ ਹੋਏ ਨਜ਼ਰ ਨਹੀਂ ਆ ਰਹੇ। ਔਰ ਤੁਸੀਂ ਅਪੀਲ ਕਰੋਗੇ ਜਿਹੜੇ ਟਰੈਕਟਰ ਐਂਟਰ ਹੋਏ ਨੇ ਉਹ ਵਾਪਸ ਆ ਜਾਣ? ਜਿਹੜੇ ਸਾਡੇ ਨੇ ਲਾਜ਼ਮੀ ਆਣਗੇ। ਜਿਹੜੇ ਸਾਡੇ ਪਿੱਛੋਂ ਆ ਰਹੇ ਉਹ ਲਾਜ਼ਮੀ ਇੱਧਰ ਮੁੜਨਗੇ। ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ। ਖੜੇ ਇੱਥੇ ਤਾਈਂ ਸੇ ਖੜੇ, ਸਾਡੇ ਵਲੰਟੀਅਰ ਵੀ ਖੜੇ ਨੇ। ਜੋ ਕੁਝ ਵਾਇਲੈਂਸ ਹੋਈ ਹੈ, ਤੋੜ ਭੰਨ ਹੋਈ ਹੈ, ਉਹਦੀ ਅਸੀਂ ਨਿੰਦਾ ਕਰਦੇ ਹਾਂ। ਉਹ ਬਿਲਕੁਲ ਹੋਣੀ ਨਹੀਂ ਸੀ ਚਾਹੀਦੀ। ਨਿੰਦਾ ਕਰਨਾ, ਬਸ ਇੰਨਾ ਕਹਿਣਾ ਤੁਹਾਨੂੰ ਲੱਗਦਾ ਬਹੁਤ ਹੈ? ਉਹ ਹੋਣੀ ਨਹੀਂ ਸੀ ਚਾਹੀਦੀ ਇਸ ਤਰ੍ਹਾਂ, ਕਿਉਂਕਿ ਸਾਡੇ ਅਨੁਸ਼ਾਸਨ ਦੇ ਵਿੱਚ ਤਾਂ ਜੋ ਸੀ ਉਹ ਸਾਡੇ ਅਨੁਸ਼ਾਸਨ ਦੇ ਵਿੱਚ ਹੀ ਆ। ਲਗਾਤਾਰ ਇਹ ਕਿਹਾ ਜਾ ਰਿਹਾ ਸੀ ਅੰਦੋਲਨ ਉਦੋਂ ਤੱਕ ਕਾਮਯਾਬ ਹੁੰਦਾ ਜਦੋਂ ਤੱਕ ਸ਼ਾਂਤੀਪੂਰਨ ਹੋ ਜੇ। ਜਦੋਂ ਹਿੰਸਕ ਰੂਪ ਧਾਰਨ ਕਰ ਲਏ ਉਦੋਂ ਸਮਝ ਲਓ ਕਿ ਪਤਨ ਆ ਗਿਆ ਅੰਦੋਲਨ ਦਾ। ਅੱਜ ਜੋ ਹੋਇਆ ਤੁਹਾਨੂੰ ਲੱਗਦਾ ਕਿ ਅੰਦੋਲਨ ਦਾ ਹਾਸ਼ੀਏ ਵਾਲੇ ਪਾਸੇ ਆਂਦਾ ਹੋਇਆ ਨਜ਼ਰ ਆ ਰਿਹਾ? ਐਸੀ ਗੱਲ ਨਹੀਂ ਹੈ। ਜਿਹੜੇ ਲੋਕ ਗਏ ਆ ਉਹ ਪਹਿਲਾਂ ਹੀ ਇਸ ਕਿਸਮ ਦੀ ਲਾਈਨ ਦੇ ਮਦਈ ਸੀ। ਉਹ ਪਹਿਲਾਂ ਹੀ ਇਸ ਰੂਟ ਨਾਲ ਸਹਿਮਤ ਨਹੀਂ ਸੀ। ਤੁਸੀਂ ਸਮਝਾਇਆ ਨਹੀਂ ਉਹਨਾਂ ਨੂੰ? ਕਿਉਂਕਿ ਰਾਤ ਨੂੰ ਸਟੇਜ ਦੇ ਉੱਤੇ ਹੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ। ਉਹ ਕਹਿ ਰਹੇ ਸੀ ਕਿਸਾਨ ਆਗੂਆਂ ਨੂੰ ਕਿੱਥੇ ਨੇ, ਅਸੀਂ ਨਹੀਂ ਮੰਨਣਾ। ਤੁਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ? ਰਾਤ ਨੂੰ ਜੋ ਕੁਝ ਹੋਇਆ 1:30-2 ਵਜੇ ਸਟੇਜ ਖਾਲੀ ਹੋ ਗਈ ਸੀ। ਸਵੇਰੇ 32 ਕਿਸਾਨ ਜਥੇਬੰਦੀਆਂ ਉੱਥੇ ਸਾਰੇ ਲੀਡਰ ਸੀ 5 ਵਜੇ ਪਹੁੰਚੇ ਆ। ਪੂਰਾ ਵੱਡਾ ਇਕੱਠ ਸੀ। ਡਿਸਪਲਿਨ ਦੇ ਵਿੱਚ ਸਾਰਿਆਂ ਨੂੰ ਰੂਟ ਦੱਸਿਆ, ਉੱਥੋਂ ਅਸੀਂ ਇਕੱਠੇ ਚੱਲੇ ਆ। ਜੇ ਕਿਸੇ ਨੇ ਆ ਮੁਹਾਰੇ ਅੱਗੇ ਭੱਜ ਕੇ ਕੀਤਾ ਤਾਂ ਜ਼ਿੰਮੇਵਾਰ ਉਹ ਨੇ, ਅਸੀਂ ਦਾ ਜ਼ਿੰਮੇਵਾਰ ਉਹਦੇ ਲਈ ਹੈ ਨਹੀਂ। ਇਸ ਲਈ ਨਿੰਦਾ ਕੋਈ ਵੀ ਜਿਹੜੀ ਅਨੁਸ਼ਾਸਨ ਕੋਈ ਭੰਗ ਕਰਦਾ, ਕੋਈ ਹਿੰਸਕ ਕਾਰਵਾਈ ਕਰਦਾ, ਕੋਈ ਤੋੜ ਭੰਨ, ਜਥੇਬੰਦੀਆਂ ਹੁਣ ਜ਼ਿੰਮੇਵਾਰੀ ਤੋਂ ਭੱਜ ਰਹੀਆਂ। ਇਹ ਗਲਤ ਹੈ। ਇਹ ਗਲਤ ਹੈ। ਜਿਸ ਨੇ ਕੋਈ ਕੀਤਾ ਅਸੀਂ ਉਸੇ ਨਿੰਦਾ ਕਰਦੇ ਹਾਂ। ਸਾਡੀ ਜਥੇਬੰਦੀਆਂ ਦੇ ਵਿੱਚ ਉਹ ਜਥੇਬੰਦੀ ਸ਼ਾਮਲ ਨਹੀਂ ਹੈ। 32 ਕਿਸਾਨ ਜਥੇਬੰਦੀਆਂ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ। ਕਿਸਾਨ ਆਗੂ ਪੰਗੂ ਹੋਰੀ ਜੁੜੇ, ਉਹ ਕਰ ਰਹੇ ਕਿ ਸਾਡਾ ਉਹਨਾਂ ਜਥੇਬੰਦੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੋ ਕੁਝ ਹੋਇਆ ਮੰਦਭਾਗਾ ਕਹਿ ਕੇ ਜ਼ਿੰਮੇਵਾਰੀ ਤੋਂ ਜਿਹੜਾ ਉਹ ਭੱਜਿਆ ਜਾ ਰਿਹਾ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਕਪਾਈ, ਨਿਊਜ਼ 18 ਦਿੱਲੀ। ਤਾਂ ਕਿਸਾਨ ਆਗੂ ਕਹਿ ਰਹੇ ਨੇ ਕਿ ਜਿਹੜੇ ਲੋਕ ਇਸ ਤਰੀਕੇ ਨਾਲ ਪ੍ਰਦਰਸ਼ਨ ਲਾਲ ਕਿਲੇ ਤੇ ਕਰਦੇ ਨਜ਼ਰ ਆਏ ਨੇ ਉਹ ਸਾਡੇ ਪ੍ਰਦਰਸ਼ਨ ਦਾ ਹਿੱਸਾ ਨਹੀਂ। ਇਹ ਅਸੀਂ ਵੀ ਇਸ ਕਰਕੇ ਵਾਰ-ਵਾਰ ਇਹ ਜ਼ਿਕਰ ਕਰ ਰਹੇ ਹਾਂ ਕਿ ਜੇਕਰ ਲੋਕ ਅੱਜ ਇਹਨਾਂ ਦਾ ਸਮਰਥਨ ਜਿਹੜੇ ਲੋਕ ਕਰ ਰਹੇ ਨੇ ਉਹਨਾਂ ਨੂੰ ਕਿਸਾਨ ਆਗੂਆਂ ਦੇ ਬਿਆਨ ਸੁਣਨੇ ਬਹੁਤ ਜ਼ਰੂਰੀ ਨੇ।
ਪ੍ਰਦਰਸ਼ਨ ਕਿਸੇ ਵੀ ਥਾਂ ਦੇ ਉੱਤੇ ਹੋ ਸਕਦਾ ਹੈ, ਪਰ ਜੇਕਰ ਪ੍ਰਦਰਸ਼ਨ ਇਸ ਰੂਪ ਦੇ ਵਿੱਚ ਹੁੰਦਾ ਹੈ ਜਾਂ ਪ੍ਰਦਰਸ਼ਨ ਜੇ ਇਸ ਤਰੀਕੇ ਦੇ ਨਾਲ ਹੁੰਦਾ ਹੈ ਤਾਂ ਉਸ ਨੂੰ ਜਾਇਜ਼ ਨਹੀਂ ਦੱਸਿਆ ਜਾ ਰਿਹਾ। ਜਾਇਜ਼ ਬੀਜੇਪੀ ਤਾਂ ਇਸ ਦੇ ਅਗੇਂਸਟ ਬੋਲ ਹੀ ਰਹੀ ਹੈ। ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਜਾਂ ਫਿਰ ਪ੍ਰੇਮ ਸਿੰਘ ਭੰਗੂ, ਇਹ ਸੂਝਵਾਨ ਲੀਡਰ ਕਿਸਾਨਾਂ ਦੇ ਜਿਹੜੇ ਅੱਗੇ ਲੱਗੇ ਹੋਏ ਨੇ ਇਸ ਸਮੇਂ, ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ। ਉਹ ਕਹਿ ਰਹੇ ਨੇ ਕਿ ਇਸ ਸਮੇਂ ਸਥਿਤੀ ਨੂੰ ਸੰਭਾਲਣ ਦੀ ਲੋੜ ਹੈ ਤੇ ਜਿਹੜੇ ਲੋਕ ਕਿਸਾਨਾਂ ਦੇ ਨਾਲ ਨੇ, ਜਿਹੜੇ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਚਾਹੁੰਦੇ ਨੇ, ਉਹ ਸਾਡੇ ਨਾਲ ਆਉਣ ਤੇ ਸ਼ਾਂਤਮਈ ਤਰੀਕੇ ਨਾਲ ਰਹਿਣ। ਅਸੀਂ ਲਾਲ ਕਿਲੇ ਜਾਣ ਦਾ ਐਲਾਨ ਨਹੀਂ ਕੀਤਾ ਸੀ ਤੇ ਅਸੀਂ ਲਾਲ ਕਿਲੇ ਜਾਣ ਵਾਲਿਆਂ ਦੀ ਨਿਖੇਧੀ ਕਰਦੇ ਹਾਂ। ਉਹਨਾਂ ਨੇ ਵੀ ਕਿਹਾ ਕਿ ਬਹੁਤ ਅਫਸੋਸਜਨਕ ਹੈ। ਤਾਂ ਅੰਦੋਲਨ ਦੇ ਨਾਮ ਦੇ ਉੱਤੇ ਗੁੰਡਾਗਰਦੀ ਕਿਉਂ, ਲਾਜ਼ਮੀ ਤੌਰ ਤੇ ਸਵਾਲ ਉੱਠ ਰਹੇ ਨੇ ਅਤੇ ਇਸ ਵਿਚਾਲੇ ਤੁਹਾਨੂੰ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਇੱਕ ਪਾਸੇ ਆਈਟੀਓ ਤੇ ਦੂਜੇ ਪਾਸੇ ਲਾਲ ਕਿਲੇ ਦੀਆਂ ਤਸਵੀਰਾਂ ਬਹੁਤ ਅਹਿਮ ਇਸ ਕਰਕੇ ਵੀ ਤੁਹਾਡੇ ਤੱਕ ਪਹੁੰਚਣੀਆਂ, ਕਿਉਂਕਿ ਜੋ ਕੁਝ ਇਸ ਸਮੇਂ ਦਿੱਲੀ ਦੇ ਵਿੱਚ ਹੋ ਰਿਹਾ ਹੈ ਉਹ ਪੰਜਾਬ ਦੇ ਲੋਕਾਂ ਤੱਕ ਜਾਂ ਨਿਊਜ਼ 18 ਦੇ ਦਰਸ਼ਕ ਜਿੱਥੇ ਵੀ ਇਸ ਸਮੇਂ ਹੈਗੇ ਨੇ ਉਹਨਾਂ ਤੱਕ ਜ਼ਰੂਰ ਪਹੁੰਚੇ। ਜਿੱਥੇ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਉੱਥੇ ਕੋਈ ਹੋਰ ਝੰਡਾ ਲਹਿਰਾਇਆ ਗਿਆ, ਇਸ ਦੇ ਉੱਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਇਹ ਕੇਸਰੀ ਝੰਡਾ ਹੈ, ਹਾਲਾਂਕਿ ਇਸ ਦੇ ਉੱਤੇ ਕਿਸੇ ਨੂੰ ਇਤਰਾਜ਼ ਨਹੀਂ ਹੁੰਦਾ। ਨਿਸ਼ਾਨ ਸਾਹਿਬ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੁੰਦਾ ਹੈ ਤੇ ਨਾਲ ਹੀ ਕਿਸਾਨੀ ਝੰਡਾ ਵੀ ਉੱਥੇ ਲਹਿਰਾਇਆ ਗਿਆ। ਇਸ ਨੂੰ ਲੈ ਕੇ ਬੀਜੇਪੀ ਜ਼ਬਰਦਸਤ ਵਿਰੋਧ ਜਤਾ ਰਹੀ ਹੈ ਅਤੇ ਦੂਜੇ ਪਾਸੇ ਜਿਹੜਾ ਗੁੰਬਦ ਹੈ ਉੱਥੇ ਵੀ ਇਹ ਝੰਡਾ ਲਹਿਰਾ ਦਿੱਤਾ ਗਿਆ ਅਤੇ ਇਸ ਨੂੰ ਲੈ ਕੇ ਵੀ ਜਿਹੜੇ ਕਿਸਾਨ ਆਗੂ ਨੇ ਉਹ ਵੀ ਇਹ ਜ਼ਿਕਰ ਕਰ ਰਹੇ ਨੇ ਕਿ ਜੋ ਕੁਝ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਇਹ ਲਗਾਤਾਰ ਜਿਹੜੇ ਲੋਕ ਅਮਨ ਪਸੰਦ ਹੈਗੇ ਨੇ, ਹਿੰਦੁਸਤਾਨੀ ਨੇ, ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਜਾ ਰਿਹਾ ਕਿ ਜੀ ਨਹੀਂ, ਇਹ ਨਹੀਂ ਹੋਣਾ ਚਾਹੀਦਾ ਸੀ, ਇਹ ਕਿਸਾਨ ਆਗੂਆਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਸੀ। तो इस समय ਅਸੀਂ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਵੀ ਦਿਖਾ ਰਹੇ ਹਾਂ, ਤੁਹਾਨੂੰ ਨਾਲ ਅਪਡੇਟ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਇਸ ਸਮੇਂ ਵੱਖ-ਵੱਖ ਥਾਵਾਂ ਦੇ ਉੱਤੇ ਮਾਹੌਲ ਕੀ ਹੈ। ਸਵੇਰ ਤੋਂ ਅਪਡੇਟ ਦਿੰਦੇ ਹਾਂ। 10 ਵਜੇ ਦਾ ਸਮਾਂ ਸੀ ਇਸ ਪੂਰੇ ਟਰੈਕਟਰ ਮਾਰਚ ਦੀ ਸ਼ੁਰੂਆਤ ਦਾ, ਪਰ ਸਮੇਂ ਤੋਂ ਪਹਿਲਾਂ ਹੀ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ। ਖੈਰ ਸ਼ੁਰੂਆਤ ਹੋਈ ਸੀ ਪਰ ਜਿਵੇਂ ਟਿਕਰੀ ਬਾਰਡਰ ਦੇ ਉੱਤੇ ਪਹਿਲਾਂ ਇੱਕ ਵਾਰ ਬੈਰੀਕੇਡ ਤੋੜੇ ਗਏ, ਉਸ ਤੋਂ ਬਾਅਦ ਜਿਹੜਾ ਸਥਿਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਹੋਈ ਤੇ ਉਸ ਤੋਂ ਬਾਅਦ ਰੂਟ ਦੇ ਹਿਸਾਬ ਦੇ ਨਾਲ ਹੀ ਉੱਥੇ ਪੂਰਾ ਪ੍ਰਦਰਸ਼ਨ ਅੱਗੇ ਵਧਿਆ ਜੋ ਹੁਣ ਤੱਕ ਸਾਡੇ ਕੋਲ ਜਾਣਕਾਰੀ ਹੈ। ਪਰ ਸਿੰਘੂ ਬਾਰਡਰ ਦੇ ਉੱਤੇ ਅਸੀਂ ਗੱਲ ਕਰੀਏ ਤਾਂ ਸਿੰਘੂ ਬਾਰਡਰ ਦੇ ਉੱਤੇ ਪੂਰਾ ਰੂਟ ਮੈਪ ਤਿਆਰ ਕੀਤਾ ਗਿਆ ਸੀ। ਸੰਜੇ ਗਾਂਧੀ ਟਰਾਂਸਪੋਰਟ ਨਗਰ ਤੋਂ ਪੂਰਾ ਜਿਹੜਾ ਟਰੈਕਟਰ ਮਾਰਚ ਹੈ ਉਸਨੇ ਮੁੜਨਾ ਸੀ, ਉੱਥੋਂ ਡਾਇਵਰਟ ਹੋਣਾ ਸੀ, ਪਰ ਉਸ ਤੋਂ ਅੱਗੇ ਵਧਦੇ ਨੇ। ਤਾਂ ਕਰਨਾਲ ਬਾਈਪਾਸ ਵਾਲੇ ਪਾਸੇ ਤੋਂ ਉੱਥੇ ਬੈਰੀਕੇਡਿੰਗ ਕੀਤੀ ਗਈ ਸੀ ਕਿ ਇਸ ਵਾਲੇ ਪਾਸੇ ਕਿਸਾਨ ਨਹੀਂ ਜਾਣਗੇ, ਪਰ ਉੱਥੋਂ ਵੀ ਕਿਸਾਨ ਅੱਗੇ ਵਧੇ ਨੇ, ਬੈਰੀਕੇਡ ਹਟਾ ਦਿੱਤੇ ਗਏ। ਸਿੰਘੂ ਬਾਰਡਰ ਤੋਂ ਜੇ ਕਰਨਾਲ ਬਾਈਪਾਸ ਤੋਂ ਅੱਗੇ ਵਧਦੇ ਹੋ ਤਾਂ ਉਹ ਪੂਰਾ ਇਲਾਕਾ ਇੰਡੀਆ ਗੇਟ ਜਾਂ ਕਹੀਏ ਕਿ ਲਾਲ ਕਿਲਾ ਉਸ ਵਾਲੇ ਪਾਸੇ ਜਾਂਦਾ ਹੈ। ਪਹਿਲਾਂ ਮਜਨੂ ਕਾ ਟਿਲਾ ਗੁਰਦੁਆਰਾ ਸਾਹਿਬ, ਉਸ ਤੋਂ ਬਾਅਦ ISBT, ਲਾਲ ਕਿਲੇ ਦਾ ਪੂਰਾ ਇਲਾਕਾ। ਤਾਂ ਅੰਦੋਲਨ ਦੇ ਇਹ ਤਸਵੀਰਾਂ ਨਿਕਲ ਕੇ ਆਉਣਗੀਆਂ। ਇੱਕ ਖਦਸ਼ੇ ਜ਼ਰੂਰ ਜਤਾਏ ਜਾ ਰਹੇ ਸੀ ਪਰ ਇਸ ਤਰੀਕੇ ਦੀ ਉਮੀਦ ਘੱਟ ਸੀ। ਸਭ ਨੂੰ ਉਮੀਦ ਸੀ ਕਿ ਜਿਸ ਤਰ੍ਹਾਂ ਹੁਣ ਤੱਕ, ਕਿਉਂਕਿ ਜਦੋਂ ਭਾਰਤ ਬੰਦ ਦਾ ਜ਼ਿਕਰ ਹੋ ਰਿਹਾ ਸੀ ਤਾਂ ਉਸ ਸਮੇਂ ਵੀ ਖਦਸ਼ਾ ਬਹੁਤ ਜਤਾਇਆ ਜਾ ਰਿਹਾ ਸੀ ਕਿ ਹਾਲਾਤ ਖਰਾਬ ਹੋ ਸਕਦੇ ਨੇ। ਪੰਜਾਬ ਬੰਦ ਦਾ ਜਦੋਂ ਜ਼ਿਕਰ ਹੋ ਰਿਹਾ ਸੀ ਉਸ ਸਮੇਂ ਵੀ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਹਾਲਾਤ ਖਰਾਬ ਹੋ ਸਕਦਾ ਹੈ ਜਾਂ ਮਾਹੌਲ ਵਿਗਾੜਨ ਦੀ ਕੋਸ਼ਿਸ਼ ਹੋ ਸਕਦੀ ਹੈ। ਖੈਰ ਉਹ 25 ਸਤੰਬਰ ਹੋਵੇ ਜਾਂ ਫਿਰ 8 ਦਸੰਬਰ ਹੋਵੇ, ਸ਼ਾਂਤਮਈ ਰਿਹਾ। ਤੇ ਇਸ ਵਿਚਾਲੇ ਜਦੋਂ ਦਿੱਲੀ ਕੂਚ ਕਰਨ ਦਾ ਐਲਾਨ ਸੀ ਤਾਂ ਉਸ ਵਿਚਾਲੇ ਵੀ ਇੱਕ ਵਾਰ ਫਿਰ ਤੋਂ ਖਦਸ਼ਾ ਜਤਾਇਆ ਗਿਆ ਕਿ ਹਾਲਾਤ ਜਿਹੜੇ ਖਰਾਬ ਹੋ ਸਕਦੇ ਨੇ, ਪਰ ਉਮੀਦ ਜਤਾਈ ਜਾ ਰਹੀ ਸੀ ਕਿ ਆਲ ਇਜ਼ ਵੈਲ ਹੋਏਗਾ। ਇੱਕ ਵਾਰੀ ਫਿਰ ਤੋਂ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨਗੇ ਕਿਸਾਨ, ਪਰ ਜੀ ਨਹੀਂ। ਇਸ ਵਾਰ ਕੁਝ ਵੱਖਰੀਆਂ ਤਸਵੀਰਾਂ ਨਜ਼ਰ ਆਈਆਂ ਨੇ। ITO ਤੋਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਤੇ ਲਾਲ ਕਿਲੇ ਦੀਆਂ ਤਸਵੀਰਾਂ ਤਾਂ ਲਾਜ਼ਮੀ ਤੌਰ ਤੇ ਅਜਿਹੀਆਂ ਤਸਵੀਰਾਂ ਜੋ ਨਹੀਂ ਚਾਹੁੰਦਾ ਕੋਈ ਵੀ ਕਿ ਇਸ ਤਰੀਕੇ ਦੀਆਂ ਤਸਵੀਰਾਂ ਨਜ਼ਰ ਆਉਣ। ਤਾਂ ਸ਼ਾਂਤੀਪੂਰਨ ਅੰਦੋਲਨ ਦਾ ਜ਼ਿਕਰ ਹੋ ਰਿਹਾ ਸੀ, ਹੁਣ ਤੱਕ ਸ਼ਾਂਤਮਈ ਤਰੀਕੇ ਦੇ ਨਾਲ ਹੀ ਅੰਦੋਲਨ ਨੂੰ ਅੱਗੇ ਵਧਾਇਆ ਗਿਆ ਹੈ। ਪਰ ਇਸ ਸਭ ਦੇ ਵਿਚਾਲੇ ਲਾਲ ਕਿਲੇ ਦੀਆਂ ਤਸਵੀਰਾਂ ਜਾਂ ITO ਦੀਆਂ ਤਸਵੀਰਾਂ ਨੇ ਜ਼ਰੂਰ ਸਭ ਨੂੰ ਪਰੇਸ਼ਾਨ ਕੀਤਾ ਹੈ। ਇਸ ਤਸਵੀਰਾਂ ਨੇ ਜ਼ਰੂਰ ਇਹ ਸਵਾਲ ਖੜੇ ਕੀਤੇ ਨੇ ਕਿ ਆਖਿਰ ਕਿ ਵਾਕਈ ਇਸ ਤਰੀਕੇ ਦੀ ਜ਼ਰੂਰਤ ਸੀ। ਜਦੋਂ ਇਹ ਕਿਹਾ ਜਾ ਰਿਹਾ ਸੀ, ਦੇਖੋ ਵੱਡੇ ਲੀਡਰ ਕਿਸਾਨਾਂ ਦੇ ਇਸ ਸਮੇਂ ਹੁਣ ਤੱਕ ਕੀ ਕਹਿੰਦੇ ਆਏ ਨੇ, तो कहते आए ने कि असी ये पूरी जंग जिती हुई है, बस तुसी संजम रखो, तुसी इस पूरे अंदोलन दे विच शांति बना के रखो। ताकि वाकई जो किसान आगू कह रहे हैं कि बिल्कुल
जंग जित्ती हुई है तो अजिहे प्रदर्शन की जरूरत सी। खैरे दिल्ली तो तस्वीरां दिखा रहे हैं, ट्रैक्टर लैके अगे बढ़ने की कोशिश है। इस विचाले पुलिस के वालों लाठीचार्ज किया गया, लाठियां बरा के ट्रैक्टर मोड़ दिए गए ने दूजे वाले पासे नूं। तो पुलिस भी एक्शन दे विच नजर आ रही है। इस समय दिल्ली दी तस्वीरां तो इस समय दिल्ली तो पूरा हालात तुहानूं दिखाउण की कोशिश कर रहे हैं। हंझू गैस के गोलियां का भी इस्तेमाल उत्थे किया जा रहा है। जिहड़ी भीड़ उत्थे आउट ऑफ कंट्रोल हुंदी हुई नजर आ रही सी उन्हां नूं खदेड़न दे लई, क्योंकि किसान जथेबंदियां दे आगूआं ने किनारा कर लिया कि जी नहीं, इन्हां दे नाल साडा कोई सरोकार नहीं है। ये वो जथेबंदियां दे लोग ने जो अमन पसंद नहीं ने, जो नहीं चाहते कि किसानां दे अंदोलन की जिहड़ा नतीजा है वो फाइनल तरीके दे नाल उन्हां दे पक्ष दे विच आवे। तो अंदोलन के नाम के उत्ते गुंडागर्दी क्यों हो रही है, यह भी सवाल पूछे जा रहे हैं। बीजेपी आगुआं ने सवाल चुक दिते, दूजे पासे किसान आगुआं ने भी इस तरीके के प्रदर्शन को अफसोसजनक करार दिता है कि उन्होंने वालों कहा गया कि इस तरीके नाल नहीं होना चाहिए सी प्रदर्शन। तो जो भी लोग इत्थे हैगे ने, जो किसानों के नाल ने, जो किसान हितैषी ने, वो वापस मुड़ आउण ते जो रूट तय किया गया उस रूट के उत्ते ही उन्होंने वालों प्रदर्शन किया जाए। किसान आगू जिहड़े 40 जथेबंदियां दे आगू ने उन्होंने वालों उस रूट के उत्ते ही प्रदर्शन किया जा रहा है। बलबीर सिंह राजेवाल मेरे नाल। राजेवाल साहब, जो लाल किले च होया वा मंदभागा वा, किस तरीके नाल देखदे हो और जिम्मेवारी किस दी बनदी? बहुत मंदभागा है। ये ਜਿਹੜੇ ਲੋਕਾਂ ਨੇ ਭੜਕਾ ਕੇ ਲੋਕਾਂ ਨੂੰ ਇੱਥੇ ਲਿਆਂਦਾ ਉਹਨਾਂ ਦੀ ਜ਼ਿੰਮੇਵਾਰੀ ਹੈ। ਮੈਂ ਫੇਰ ਵੀ ਅਪੀਲ ਕਰਦਾ ਕਿਸਾਨਾਂ ਨੂੰ ਵੀ ਸਵੇਰੇ ਮੈਂ ਕਹਿ ਕੇ ਚੱਲਿਆ ਸੀ ਵੀ ਜੇ ਅੰਦੋਲਨ ਜਿੱਤਣਾ ਤਾਂ ਸ਼ਾਂਤਮਈ ਰਹੋ, ਜੇ ਹਾਰਨਾ ਤਾਂ ਵਾਇਲੈਂਟ ਹੋ ਜਾਓ। ਉਹ ਜਿਹੜੇ ਲੋਕ ਇਹਨਾਂ ਨੂੰ ਲੈ ਕੇ ਆਏ ਉਹ ਵਾਇਲੈਂਟ ਉਹਨਾਂ ਨੇ ਕੀਤਾ। ਮੈਂ ਅਪੀਲ ਕਰਦਾ ਹੁਣ ਵੀ ਇਹ ਕੋਈ ਹੱਲ ਨਹੀਂ, ਵਾਇਲੈਂਸ ਨਾਲ ਕਦੇ ਕੋਈ ਸਮੱਸਿਆ ਹੱਲ ਨਹੀਂ ਹੁੰਦੀ। ਸ਼ਾਂਤ ਰਹੋ, ਆਪਣੀ ਜਿਹੜੀ ਦੇਸ਼ ਦੀ ਆਨ ਬਾਨ ਸ਼ਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। लेकिन ਅੱਜ स्वर्ण ਅੱਖਰਾਂ 'ਚ ਨਾਮ ਲਿਖਿਆ ਜਾਣਾ ਸੀ, ਲੇਕਿਨ ਜਿਵੇਂ ਤਿਰੰਗਾ ਉਤਾਰ ਦਿੱਤਾ ਗਿਆ ਹੁਣ ਕਾਲੇ ਅੱਖਰਾਂ 'ਚ ਵੀ ਨਾਮ ਲਿਖਿਆ ਜਾਂਦਾ ਪਿਆ। ਮੈਂ ਕੀ ਕਹਾਂ ਇਹਦੇ ਤੇ ਬਹੁਤ ਅਫਸੋਸਨਾਕ ਪਹਿਲੂ ਐ ਸੀ। ਕੱਲ ਉਹਨਾਂ ਸੱਜਣਾ ਦੀਆਂ ਮਿੰਨਤਾਂ ਕਰਕੇ ਥੱਕ ਗਏ ਵੀ ਇਹ ਰਸਤਾ ਅਖਤਿਆਰ ਨਾ ਕਰੋ, ਪਰ ਲੋਕਾਂ ਨੂੰ ਭੜਕਾ ਕੇ ਲੈ ਗਏ ਹੋ, ਇਹ ਮੰਨਣਾ ਪਏਗਾ। ਪਰ ਫਿਰ ਵੀ ਅਸੀਂ ਅੱਜ ਸਵੇਰੇ ਜ਼ਿੰਮੇਵਾਰੀ ਜਿਹੜੇ ਇੱਥੇ ਨੂੰ ਲੈ ਕੇ ਆਏ, ਸਾਡਾ ਇੱਥੇ ਆਉਣ ਨੂੰ ਪ੍ਰੋਗਰਾਮ ਨਹੀਂ ਸੀ। ਸਾਡਾ ਅਸੀਂ ਜਿਹੜੇ ਰੂਟ ਲਏ ਹੋਏ ਸੀ ਉਹਨਾਂ ਤੇ ਜਾਣਾ ਸੀ। ਤਾਂ ਬਲਬੀਰ ਸਿੰਘ ਰਾਜੇਵਾਲ जुड़े, उन्होंने साफ तौर पर कहा कि साडी जिम्मेवारी नहीं है और तस्वीर जरिए दिखा रहे हैं। बूटा सिंह होरी ने होर लीडर ने उन्होंने गलबात भी करांगे, क्योंकि जो कुछ होया किस तरीके नाल देखते हो जो कुछ अज लाल किले तो होया? ਮੰਦਭਾਗਾ ਹੋਇਆ ਜੀ, ਜੋ ਵੀ ਹੈ ਮੰਦਭਾਗਾ। जिम्मेवारी किस दी बनदी है? ਵੇਖੋ ਜਿਹੜੇ ਲੋਕ ਕਹਿ ਰਹੇ ਨੇ ਇਹ ਉਹ ਹੀ ਦੱਸ ਸਕਦੇ ਨੇ ਜੀ। ਤਾਂ ਹਰ ਕੋਈ ਇਸ ਜ਼ਿੰਮੇਵਾਰੀ ਤੋਂ ਵੀ ਭੱਜ ਰਿਹਾ ਵਾ ਔਰ ਤਸਵੀਰਾਂ 'ਚ ਰਾਜੇਵਾਲ ਹੋਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਸੀ, ਲੇਕਿਨ ਸਵਾਲ ਇਹ ਉੱਠਦਾ ਹੈ ਜੋ ਕੁਝ ਹੋਇਆ ਉਸ ਦੀ ਜ਼ਿੰਮੇਵਾਰ ਕੌਣ ਨੇ? ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਕਪਾਈ, ਨਿਊਜ਼ 18 ਦਿੱਲੀ। सीधी तस्वीरें आपको दिखा रहे हैं दिल्ली से। आप देख सकते हैं आंदोलन के नाम पर जो गुंडागर्दी हुई, उसके बाद अब पुलिस ने, सुरक्षा बलों ने मोर्चा संभाल लिया है। जो ट्रैक्टर आगे बढ़ने की कोशिश कर रहे हैं उन ट्रैक्टरों को पीछे खदेड़ने के लिए अब पुलिस मुस्तैद नजर आ रही है। आंदोलन के नाम पर उपद्रव, हिंसा आखिर क्यों? आश्वस्त किया था दिल्ली पुलिस को कि शांतिपूर्ण तरीके से ट्रैक्टर परेड होगी, लेकिन परेड के नाम पर एक हिस्से में जमकर बवाल किया गया और यहां पर कुछ ट्रैक्टरों को सही दिशा में रवाना करने की कोशिशें अब दिल्ली पुलिस करती नजर आ रही है। जो तय रूट था उससे हटकर कुछ किसान आंदोलनकारियों ने अपना रूट पकड़ा, दिल्ली में दाखिल हुए और उसके बाद लाल किले की प्राचीर पर जो कुछ हुआ वो इस देश को अपमानित करने के लिए वो तस्वीरें बेहद शर्मनाक। और इसी से एक बड़ा सवाल जरूर उठ रहा है कि लाल किले की प्राचीर जो हमारे देश की आन बान शान है, वहां पर किसान आंदोलन के नाम पर कुछ लोगों ने ऐसा क्यों किया? आंदोलन के नाम पर इस गुंडागर्दी की जवाबदेही किसकी है? लाल किले पर अराजक तत्वों ने क्यों हंगामा किया? क्यों ऐसी नौबत आई? और क्या ये आंदोलन की रूपरेखा के तहत किया गया? एक तरफ जहां अब आंदोलनकारियों को जो हिंसक हो गए हैं, जो उग्र हो गए हैं, उन्हें खदेड़ने के लिए पुलिस मुस्तैद नजर आ रही है, उन्हें पीछे हटने को मजबूर कर रही, तो लाल किले की प्राचीर से भी अब
प्रदर्शनकारियों को, आंदोलनकारियों को पीछे खदेड़ा जा रहा है। सीधी तस्वीरें आपको दिखा रहे हैं। यहाँ पर मुस्तैद है खाकी, जो ट्रैक्टर लेकर किसान आगे बढ़ने की कोशिश कर रहे हैं, उनको बलपूर्वक हटाने की कोशिश, लेकिन बड़ी तादाद में ये प्रदर्शनकारी यहाँ पर जुटे हैं। इतना आसान प्रशासन के लिए, पुलिस के लिए नहीं नजर आ रहा। आंसू गैस के गोलों का भी इस्तेमाल किया जा रहा है, बल प्रयोग किया जा रहा है ताकि इनको आगे बढ़ने से रोका जा सके। कभी कभी लगता है पुलिस हावी हो रही, लेकिन आगे से प्रदर्शनकारी भी आक्रामक होते हैं। सिर्फ तस्वीरें आपको दिल्ली से दिखा रहे किस तरीके से प्रदर्शनकारियों को पीछे खदेड़ने के लिए आंसू गैस के गोलों का इस्तेमाल किया जा रहा है। पुलिस बल अपना मोर्चा संभालते हुए हल्का लाठी बल भी इस्तेमाल किया जा रहा है, लेकिन बड़ी तादाद है किसानों की जो आगे बढ़ने के लिए यहां तक पहुंची है, और इस तादाद को रोकने के लिए अब पुलिस मुस्तैद नजर आ रही है। हालांकि सुबह से ही हम देख रहे थे कि पुलिस नाम मात्र की जरूर थी, लेकिन बेबस असहाय नजर आ रही थी, और अभी भी फ्रंट फुट पर पुलिस नजर नहीं आ रही है। दिल्ली से सीधी तस्वीरें इस वक्त आपको दिखा रहे हैं कि किसान जो प्रदर्शनकारी है वो आगे बढ़ने की कोशिश में, लेकिन उसके बाद भी पीछे हटने को तैयार नहीं है किसान। और इसी तस्वीरों के जरिए आज ट्रैक्टर परेड जो होनी थी और उसके बाद जो हुआ, वो तस्वीरें हम आपको दिखा रहे हैं। आंदोलन के नाम पर देश की अस्मिता के साथ जो खिलवाड़ हुआ है, उससे कई सवाल जरूर उठ खड़े हुए हैं। अभी तक किसान आंदोलन जो हो रहा था, मिसाल दी जा रही थी इस आंदोलन की, इसकी दो प्रमुख वजह ये थी कि शांतिपूर्ण तरीके से, अनुशासनात्मक तरीके से पहली बार इतने बड़े स्तर पर कोई आंदोलन आजाद हिंदुस्तान में हो रहा था। लेकिन अब लगता है कि ये आंदोलन हाथ से फिसल चुका है। जो किसान नेता संगठन इस आंदोलन की अगुवाई कर रहे थे, उनके हाथों से इस आंदोलन की बागडोर अब निकल चुकी है, और अब प्रदर्शनकारी आक्रामक हुए हैं, वो भीड़ बन चुके हैं, उपद्रवी हो चुके हैं। और आज जो दिल्ली में बवाल हुआ है, राजधानी में जो बवाल हुआ है, ये उसकी बानगी है, इसका प्रमाण है। कुछ किसान ट्रैक्टर लेकर अभी भी आगे बढ़ने की कोशिश में जरूर है, लेकिन काफी हद तक पुलिस ने इन्हें पीछे खदेड़ दिया है, पीछे हटने पर मजबूर कर दिया है। तमाम बैठकें हुई किसान नेताओं की दिल्ली पुलिस के आला अधिकारियों के साथ कि 26 जनवरी को वो परेड करना चाहते हैं, ट्रैक्टर से परेड करेंगे, इसके लिए रूट किया जाए। रूट भी तय हो गया, लेकिन उसके बाद आज जो तस्वीरें हैं, देखिए यहाँ पर पुलिस बल प्रयोग करती हुई जो ट्रैक्टर लेकर किसान प्रदर्शनकारी आगे बढ़ने की कोशिश कर रहे हैं, उन्हें खदेड़ने के लिए अब लाठियों का, डंडों का सहारा लिया जा रहा है, और किसान ट्रैक्टर छोड़कर पीछे हटने को मजबूर हो रहे हैं। दूसरी तरफ हम आपको पहले तस्वीरें लाल किले की दिखा रहे थे, जहां पर तिरंगा फहराया जाता है, हिंदुस्तान की आन बान शान। वहां पर कुछ लोगों ने जो उपद्रवी थे, आंदोलन के नाम पर उपद्रव कर रहे थे, उन्होंने निशान साहिब को फहराया, और जो किसान ट्रैक्टर ट्रॉलियों में है, उनको पुलिस अब पीछे हटा रही, खदेड़ने की कोशिशें की जा रही है। जहां जरूरत वहां आंसू गैस के गोले छोड़े जा रहे हैं, लाठी चार्ज किया जा रहा है, और इनको यहां से जाने के लिए पुलिस ने पहले ही कह दिया था, लेकिन जो किसान फिर भी डटे हुए थे, अब उन पर लाठी चार्ज हो रहा है। जैसी आशंकाएं थी, उन आशंकाओं के पूरा होते तस्वीरें हम इस वक्त टीवी स्क्रीन पर देख पा रहे हैं। हुड़दंग की, गड़बड़ी की आशंकाएं जरूर थी, लेकिन ऐसा होगा ये अंदाजा शायद दिल्ली पुलिस ने, सरकार ने, किसान नेताओं ने भी नहीं लगाया होगा। अराजक तत्वों के हाथ में ये आंदोलन जाता हुआ, उपद्रव, गुंडागर्दी, ये तस्वीरें हम सुबह से ही देख रहे हैं, किसानों को खदेड़ती हुई। अब दिल्ली पुलिस, मोर्चा दिल्ली पुलिस ने संभाल लिया है, और यहां जो किसान ट्रैक्टरों के साथ जबरदस्ती आगे बढ़ने की कोशिश कर रहे थे, उन पर बल प्रयोग किया जा रहा है। कुछ देर पहले की तस्वीरें हम आपको दिखा रहे हैं। क्या हुआ हिंदुस्तान के इतिहास में, यहां पर लाल किले की प्राचीर पर जहां तिरंगा शान के साथ लहराता है, वहां आज तिरंगे की जगह ये झंडा लहराता नजर आया, और यहां
देश की अस्मिता के साथ एक बड़ा खिलवाड़। शर्मनाक आंदोलन के नाम पर इस गुंडागर्दी को किसी भी तरीके से जायज नहीं ठहराया जा सकता। लाल किले की प्राचीर से यह झंडा फहराकर क्या संदेश देने की कोशिश की जा रही है? आंदोलन के नाम पर यह क्या किया जा रहा है? किसान नेताओं ने आश्वस्त किया था कि शांतिपूर्ण तरीके से ट्रैक्टर परेड होगी, लेकिन अब जो हुआ है, जो तस्वीरें कुछ देर पहले की हम आपको अपनी स्क्रीन पर दिखा रहे हैं, इन तस्वीरों के लिए और जो हुआ उस किए के लिए कौन जवाबदेह होगा? आंदोलन के नाम पर ऐसी अराजकता क्यों कि देश की अखंडता, देश के स्वाभिमान को आप इस तरीके से ठेस पहुंचाएं? लाल किले पर अराजक तत्वों का जो हंगामा हुआ वो तस्वीरें हम आपको दिखा रहे हैं, और यहां तक पहुंचने से पहले किसानों ने किस तरीके से कानून को अपने हाथ में लिया। जो पुलिस ने बैरिकेडिंग की थी, किसानों को रोकने के लिए जो इंतजाम किए थे, भले वो कंटेनर हो या फिर बसों का सहारा लिया गया, ट्रैक्टरों के जरिए उनको वहां से हटा दिया गया। युवा किसान आप तस्वीरों में देख सकते हैं, ट्रैक्टरों के जरिए इस बस को हटाते हुए हाथों से भी, ट्रैक्टर की मदद से भी कंटेनर तक को, जो भारी भरकम कंटेनर किसानों को आगे बढ़ने से रोकने के लिए लगाए गए थे, उनको उखाड़ फेंका गया। और दूसरी तस्वीर आपको हम लगातार दिखा ही रहे हैं कि लाल किले पर आज क्या नजारा था। आज गणतंत्र दिवस है। आज हम अपनी आन बान शान से दुनिया को रूबरू कराते हैं, अपने शौर्य का, अपने पराक्रम का नमूना दुनिया को दिखाते हैं। लेकिन आज उसी दिन, उसी महापर्व पर कुछ ऐसी तस्वीरें जो विचलित करती हैं, शर्मसार करती हैं, वो भी हमें देखने को मिली। किसान अपने हक की, अपने अधिकार की लड़ाई जरूर लड़ रहा है और सरकार उनकी बात सुन रही है। भले ही अभी तक आंदोलन अंजाम तक नहीं पहुंचा, लेकिन आंदोलन की आड़ में ये क्या हो रहा है? आंदोलन के नाम पर ऐसी गुंडागर्दी क्यों? आंदोलन के नाम पर कानून को हाथ में लेकर इस तरह से संविधान की बनाई रूपरेखा से खिलवाड़ क्यों? आंदोलन के नाम पर क्या ये देश का अपमान नहीं है? क्या देश के करोड़ों लोगों का अपमान नहीं है? इसकी जवाबदेही किसकी है? ये कुछ वक्त बाद जरूर तय हो जाएगा और सरकार, प्रशासन क्या कार्रवाई करेगा, ये भी तस्वीर जल्द ही साफ हो जाएगी। लेकिन इस आंदोलन को लेकर जो बड़ी बड़ी बातें इस वक्त तक हम देखते आए, लिखते आए, सुनते, बताते आए, वो ये था कि इस आंदोलन की सबसे बड़ी खूबसूरती यही है कि आंदोलन शांतिपूर्ण तरीके से चल रहा है, अनुशासित तरीके से चल रहा है। 3 कानूनों को वापस लेने की मांग उठाई जा रही है, जोर शोर से उठाई जा रही, ताकत से उठाई जा रही है, लेकिन अनुशासित तरीके से, शांतिपूर्ण तरीके से और मिलजुल कर ये उठाई जाए। लेकिन आज इन मांगों की, इस हक की लड़ाई के बीच में जो तस्वीरें दिल्ली के कोने कोने से, दिल्ली की सड़कों से और लाल किले से सामने आई है, उससे जरूर सवाल उठ रहे हैं कि आंदोलन किन हाथों में चला गया है। लाल किले पर जो अराजक तत्वों की तरफ से किया गया, इसके लिए कौन जवाबदेह है और ये क्या होना चाहिए था? क्या हकों की लड़ाई, अधिकारों के लिए संघर्ष अब कमजोर पड़ गया है और इस तरीके से हिंसा पर उतारू होकर, अराजकता फैलाकर क्या कोई आंदोलन अपने मुकाम तक, अपने अंजाम तक पहुंच पाया है? और क्या यहां अब आंदोलन आगे क्या रूपरेखा रहेगी आंदोलन की, इस पर भी तमाम चर्चाएं होना बाकी है। लेकिन आज जो हुआ वो विडंबना, गणतंत्र दिवस के मौके पर 72वां गणतंत्र दिवस आज हिंदुस्तान मना रहा है, लेकिन इस बीच ट्रैक्टर परेड के नाम पर जो बवाल हुआ उससे जरूर शर्मिंदगी करोड़ों लोगों को, हिंदुस्तानियों को हुई है। हालांकि किसान नेता बार बार अपनी तरफ से सफाई पेश कर रहे हैं कि इस आंदोलन से उनका कोई लेना देना नहीं है, ये उनसे समर्थित लोग नहीं है, क्योंकि उनकी ट्रैक्टर परेड अभी भी शांतिपूर्ण तरीके से तय रूट पर ही हो रही है।